ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅੰਗ ਨੰਬਰ 271। 6 ਅਸ਼ਟਪਦੀਆਂ ਆਪਣੀਆਂ ਹੋ ਚੁੱਕੀਆਂ ਨੇ। 7ਵੀਂ ਅਸ਼ਟਪਦੀ ਦੀ ਜੋ ਵਿਚਾਰ ਹੈ ਆਰੰਭ ਕਰਨੀ ਹੈ। ਸ਼ਲੋਕ ਅਗੰਮ ਅਗਾਧ ਪਾਰ ਬ੍ਰਹਮ ਸੋਈ, ਜੋ ਜੋ ਕਹੈ ਸੋ ਮੁਕਤਾ ਹੋਈ। ਸੁਣ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਅਗਾਮੀ ਅਗਾਧ ਪਾਰ ਬ੍ਰਹਮ ਸੋਈ, ਜੋ ਜੋ ਕਹੈ ਸੋ ਮੁਕਤਾ ਹੋਈ। ਸੁਣ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਇੱਥੇ ਅਗਮ ਲਿਖਿਆ ਹੋਇਆ, ਦਾ ਸ਼ੁੱਧ ਉਚਾਰਨ ਟਿੱਪੀ ਲਾ ਕੇ ਅਗਮ, ਜਿਸ ਜਗ੍ਹਾ ਤੱਕ ਪਹੁੰਚ ਨਾ ਹੋ ਸਕੇ, ਜੋ ਪਹੁੰਚ ਤੋਂ ਪਰੇ ਹੈ। ਪਰਮਾਤਮਾ ਦੇ ਪਰਥਾਈ ਸ਼ਬਦ ਵਰਤਿਆ ਗਿਆ ਅਗਾਧ ਅਥਾਹ, ਜਿਸ ਦੀ ਥਾਂ ਨਹੀਂ ਪਾਈ ਜਾ ਸਕਦੀ, ਜਿਹਦੇ ਬਾਰੇ ਦੱਸਿਆ ਨਹੀਂ ਜਾ ਸਕਦਾ ਵੀ ਇਹ ਕਿੱਡਾ ਕੁ ਵੱਡਾ ਹੈ, ਥਾਂ ਨਾ ਪਾਈ ਜਾਵੇ। ਅਥਾਹ ਅਗੰਮ ਅਗਾਧ ਪਾਰ ਬ੍ਰਹਮ ਸੋਈ, ਜੋ ਜੋ ਕਹਿ ਸੋ ਮੁਕਤਾ ਹੋਈ। ਉਹ ਮਾਲਕ ਪਰਮਾਤਮਾ ਪਹੁੰਚ ਤੋਂ ਪਰੇ ਹੈ। ਉਹਦੇ ਬਾਰੇ ਅਸੀਂ ਵਿਖਿਆਨ ਨਹੀਂ ਕਰ ਸਕਦੇ, ਦੱਸਿਆ ਨਹੀਂ ਜਾ ਸਕਦਾ ਉਹ ਮਾਲਕ ਪਰਮਾਤਮਾ ਕਿੰਨਾ ਕੁ ਵੱਡਾ ਹੋਵੇਗਾ। ਜੋ ਜੋ ਕਹਿ ਸੋ ਮੁਕਤਾ ਹੋਈ। ਪਰ ਸਤਿਗੁਰੂ ਜੀ ਕਿਰਪਾ ਕਰਦੇ, ਜਿਹੜੇ ਜਿਹੜੇ ਉਸ ਪਰਮਾਤਮਾ ਦੇ ਨਾਮ ਨੂੰ ਸਿਮਰਦੇ ਨੇ, ਜਿਹੜੇ ਜਿਹੜੇ ਨਾਮ ਨੂੰ ਜਪਦੇ ਨੇ, ਸੋ ਮੁਕਤਾ ਹੋਈ। ਮੁਕਤਾ ਤੋਂ ਭਾਵ ਵਿਕਾਰਾਂ ਦੇ ਬੰਧਨਾਂ ਤੋਂ ਛੁੱਟ ਜਾਣਾ, ਮਾਇਆ ਦੇ ਬੰਧਨਾਂ ਤੋਂ ਛੁੱਟ ਜਾਣਾ, ਮੁਕਤ ਹੋ ਜਾਣਾ, ਆਜ਼ਾਦ ਹੋ ਜਾਣਾ। ਬੰਦਾ ਕਿਸੇ ਬੰਧਨਾਂ ਦੇ ਵਿੱਚ ਵੱਜਾ ਹੋਵੇ, ਉਹ ਗੁਲਾਮ ਹੈ। ਪਰ ਜਿਸ ਸਮੇਂ ਉਸ ਬੰਧਨਾਂ ਤੋਂ ਛੁੱਟ ਜਾਵੇ, ਉਹਨੂੰ ਅਸੀਂ ਕਹਿੰਦੇ ਹਾਂ ਵੀ ਮੁਕਤ ਹੋ ਗਿਆ, ਹੁਣ ਆਜ਼ਾਦ ਹੋ ਗਿਆ। ਤੇ ਜਿਹੜੇ ਜਿਹੜੇ ਪ੍ਰਮਾਤਮਾ ਦੇ ਨਾਮ ਨੂੰ ਸਿਮਰਦੇ ਨੇ, ਉਹ ਵਿਕਾਰਾਂ ਤੋਂ, ਮਾਇਆ ਦੇ ਮੋਹ ਤੋਂ ਜਿਹੜਾ ਛੁਟਕਾਰਾ ਪ੍ਰਾਪਤ ਕਰ ਲੈਂਦੇ ਨੇ। ਸੁਣ ਮੀਤਾ, ਹੇ ਮੇਰੇ ਮਿੱਤਰ ਸੁਣ। ਨਾਨਕ ਬਿਨਵੰਤਾ, ਨਾਨਕ ਹੈ ਉਹ ਬੇਨਤੀ ਕਰਦਾ ਪਿਆ ਹੈ। ਨਾਨਕ ਬੇਨਤੀ, ਬਿਨਵੰਤਾ ਬੇਨਤੀ ਕਰਨਾ। ਨਾਨਕ ਬੇਨਤੀ ਕਰਦਾ, ਸਾਧ ਜਨਾ ਕੀ ਅਚਰਜ ਕਥਾ। ਸਾਧ ਜਨਾ ਬਹੁਵਚਨ ਸ਼ਬਦ ਹੈ। ਵੈਸੇ ਜਦੋਂ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਟੀਕੇ ਨੂੰ ਪੜ੍ਹਦੇ ਹਾਂ, ਉਹਨਾਂ ਨੇ ਸਾਧ ਦੇ ਅਰਥ ਕੀਤੇ ਨੇ ਉਹ ਪੁਰਸ਼ ਜਿਸ ਨੇ ਆਪਣੇ ਮਨ ਨੂੰ ਕੰਟਰੋਲ ਦੇ ਵਿੱਚ ਕਰ ਲਿਆ ਹੋਵੇ, ਆਪਣੇ ਉੱਪਰ ਵਿਕਾਰਾਂ ਦਾ ਪ੍ਰਭਾਵ ਨਾ ਪੈਣ ਦੇਵੇ। ਉਹ ਭਗਤ ਜਾਨੋ, ਉਹ ਗੁਰਮੁਖ ਜਨਾ ਕੀ ਅਚਰਜ ਕਥਾ। ਵੀ ਗੁਰਮੁਖ ਜਨਾਂ ਦੀ ਜਿਹੜੀ ਕਥਾ ਹੈ ਉਹ ਹੈਰਾਨੀਜਨਕ ਹੈ। ਉਹਨਾਂ ਦੀ ਗੱਲ ਕਰਨਾ ਹੈਰਾਨੀ ਪੈਦਾ ਕਰਦੀ ਹੈ। ਹੈਰਾਨੀ ਵਿਸਮਾਦ ਹੈ, ਅਚਰਜ ਹੈ। ਅਸ਼ਟਪਦੀ ਸਾਧ ਕੈ ਸੰਗ ਮੁਖ ਊਜਲ ਹੋਤ, ਸਾਧ ਸੰਗ ਮਲ ਸਗਲੀ ਖੋਤ। ਇਹ ਸਾਰੀ ਜਿਹੜੀ ਅਸ਼ਟਪਦੀ ਹੈ
ਇਹ ਗੁਰਮੁਖ ਜਨਾਂ ਦੇ ਉੱਤੇ ਹੈ, ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧ ਲਿਆ, ਆਪਣੇ ਆਪ ਤੇ ਕੰਟਰੋਲ ਕਰ ਲਿਆ, ਮਨ ਨੂੰ ਟਿਕਾ ਲਿਆ, ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋਈ। ਸਾਧ ਕੇ ਸੰਗ ਸਤਿਗੁਰੂ ਜੀ ਕਿਰਪਾ ਕਰਦੇ। ਇਹੋ ਜਿਹੇ ਗੁਰਮੁਖ ਜਨਾਂ ਦੀ ਸੰਗਤ ਕਰਨ ਦੇ ਨਾਲ ਮੁਖ ਉਜਲ ਹੋਤ, ਮੁਖ ਉਜਲਾ ਹੁੰਦਾ, ਸੋਹਣਾ ਹੁੰਦਾ, ਭਾਵ ਤੂੰ ਛੁਟਕਾਰਾ ਹੋ ਜਾਵੇਗਾ, ਤੈਨੂੰ ਮਿਲ ਜਾਵੇਗਾ, ਉਜਲਾ ਹੋਵੇਗਾ। ਸਾਧ ਸੰਗ ਮਲ ਸਗਲੀ ਖੋਤ, ਕਿਉਂਕਿ ਗੁਰਮੁਖ ਜਨਾਂ ਦੀ ਸੰਗਤ ਕਰਨ ਦੇ ਨਾਲ ਮਨ ਦੀ ਜਿਹੜੀ ਮੈਲ ਹੈ ਇਹ ਕੱਟੀ ਜਾਂਦੀ ਹੈ, ਮਨ ਦੀ ਮੈਲ ਅੰਦਰੋਂ ਖਤਮ ਹੋ ਜਾਂਦੀ ਹੈ। ਸਾਧ ਕੇ ਸੰਗ ਮਿਟੈ ਅਭਿਮਾਨ, ਸਾਧ ਕੇ ਸੰਗ ਪ੍ਰਗਟੈ ਸੋ ਗਿਆਨ। ਗੁਰਮੁਖਾਂ ਦੀ ਸੰਗਤ ਦੇ ਵਿੱਚ ਇੱਕ ਤੇ ਮਨ ਦਾ ਹੰਕਾਰ ਚਲਾ ਜਾਂਦਾ ਹੈ, ਤੇ ਉਹ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਜਿਸ ਨਾਲ ਮਨੁੱਖ ਚੰਗੇ ਤੇ ਮਾੜੇ ਦੀ ਪਰਖ ਕਰ ਲੈਂਦਾ ਹੈ। ਸੋ ਗਿਆਨ ਇਧਰ ਉੱਤਮ ਗਿਆਨ, ਸਭ ਤੋਂ ਸ੍ਰਿਸ਼ਟ, ਸਭ ਤੋਂ ਉੱਚਾ ਜਿਹੜਾ ਗਿਆਨ ਹੈ, ਜਿਹਦੇ ਨਾਲ ਹੁਣ ਚੰਗੇ ਤੇ ਮਾੜੇ ਦੀ ਪਰਖ ਹੋ ਸਕੇ, ਜਿਹਨੂੰ ਅਸੀਂ ਵਿਵੇਕ ਵੀ ਕਹਿ ਦਿੰਦੇ ਹਾਂ। ਵਿਵੇਕ ਮਤ, ਵਿਵੇਕ ਗਿਆਨ, ਵੀ ਜਿਹਦੇ ਨਾਲ ਸਾਨੂੰ ਪਤਾ ਲੱਗ ਜਾਵੇ ਵੀ ਇਹ ਚੀਜ਼ ਚੰਗੀ ਹੈ, ਇਹ ਚੀਜ਼ ਮਾੜੀ ਹੈ, ਪ੍ਰਗਟ ਹੋ ਜਾਂਦਾ ਹੈ, ਉਹਨਾਂ ਦੇ ਅੰਦਰ ਆ ਵਸਦਾ ਹੈ। ਸਾਧ ਕੇ ਸੰਗ ਬੂਝੈ ਪ੍ਰਭ ਨੇਰਾ, ਸਾਧ ਸੰਗ ਸਭ ਹੋਤ ਨਬੇਰਾ। ਹੁਣ ਗੁਰਮੁਖ ਜਨਾਂ ਦੀ ਸੰਗਤ ਕਰਨ ਦੇ ਨਾਲ ਜਿਸ ਨੇ ਆਪਣੇ ਆਪ ਨੂੰ ਸਾਧ ਲਿਆ, ਉਹਦੀ ਜਦੋਂ ਸੰਗਤ ਕਰਾਂਗੇ ਉਹ ਪਰਮਾਤਮਾ ਸਾਨੂੰ ਨੇੜੇ ਨਜ਼ਰ ਆਵੇਗਾ, ਸਾਡੇ ਅੰਗ ਸੰਗ ਵਸਦਾ ਨਜ਼ਰ ਆਵੇਗਾ, ਉਹ ਸਾਡੇ ਨੇੜੇ ਲੱਗੇਗਾ। ਤੇ ਸਾਧ ਸੰਗ ਸਭ ਹੋਤ ਨਬੇਰਾ, ਤੇ ਗੁਰਮੁਖਾਂ ਦੀ ਸੰਗਤ ਦੇ ਵਿੱਚ ਆ ਕੇ ਕਰਮਾਂ ਦਾ ਨਬੇੜਾ ਹੋ ਜਾਂਦਾ ਹੈ, ਭਾਵ ਜਿਹੜੇ ਮੰਦ ਕਰਮ ਨੇ, ਭੈੜੇ ਕਰਮ ਨੇ, ਇਹ ਕੱਟੇ ਜਾਂਦੇ ਨੇ। ਜਦੋਂ ਤੱਕ ਮਨੁੱਖ ਚੰਗਿਆਂ ਦੀ ਸੰਗਤ ਦੇ ਵਿੱਚ ਰਹੇਗਾ, ਉਨੇ ਸਮੇਂ ਤੱਕ ਮਨ ਦੇ ਵਿੱਚ ਕੋਈ ਮਾੜੇ ਜਿਹੜੇ ਵਿਚਾਰ ਨੇ ਉਹ ਪੈਦਾ ਹੀ ਨਹੀਂ ਹੋਣਗੇ, ਸੁਰਤ ਉਸ ਪਾਸੇ ਜਾਵੇਗੀ ਨਹੀਂ, ਸੁਰਤ ਮਾੜਾ ਸੋਚੇਗੀ ਨਹੀਂ। ਤੇ ਇਸੇ ਪ੍ਰਕਾਰ ਜਿਹੜੇ ਗੁਰਮੁਖਾਂ ਦੀ ਸੰਗਤ ਹੈ, ਉਹਦੇ ਵਿੱਚ ਆ ਕੇ ਮੰਦ ਕਰਮਾਂ ਦਾ ਜਿਹੜਾ ਨਬੇੜਾ ਹੋ ਜਾਂਦਾ, ਖਤਮ ਹੋ ਜਾਂਦੇ ਨੇ। ਸਾਧ ਕੇ ਸੰਗ ਪਾਈ ਨਾਮ ਰਤਨ, ਸਾਧ ਕੇ ਸੰਗ ਏਕ ਉਪਰ ਜਤਨ। ਹੁਣ ਗੁਰਮੁਖਾਂ ਦੀ ਸੰਗਤ ਦੇ ਵਿੱਚੋਂ ਨਾਮ ਰੂਪੀ ਜਿਹੜਾ ਰਤਨ ਹੈ ਉਸ ਨੂੰ ਪ੍ਰਾਪਤ ਕਰ ਲਈਦਾ, ਨਾਮ ਦੀ ਪ੍ਰਾਪਤੀ ਹੁੰਦੀ ਹੈ, ਰਤਨ ਸਾਨੂੰ ਮਿਲ ਜਾਵੇਗਾ, ਉਹਦੀ ਪ੍ਰਾਪਤੀ ਹੋਵੇਗੀ। ਸਾਧ ਕੇ ਸੰਗ ਏਕ ਉਪਰ ਜਤਨ, ਏਕ ਦਾ ਅਰਥ ਇੱਕ ਦੇ ਨਾਲ ਜੁੜਨ ਦਾ, ਇੱਕ ਕਿਹੜਾ ਹੈ? ਪਰਮਾਤਮਾ ਅਕਾਲ ਪੁਰਖ। ਤੇ ਜਿੱਥੇ ਹੁਣ ਇੱਕ ਦੀ ਗੱਲ ਹੋਵੇਗੀ, ਇੱਕ ਦੇ ਨਾਲ ਜੁੜਨ ਦੀ ਗੱਲ ਹੋਵੇਗੀ, ਫਿਰ ਉਸ ਜਗ੍ਹਾ ਦੇ ਉੱਤੇ ਫਿਰ ਮਨੁੱਖ ਇੱਕ ਦੇ ਨਾਲ ਹੀ ਜੁੜਦਾ ਹੈ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ। ਵੀ ਉਹ ਗੁਰਮੁਖਾਂ ਦੀ ਸੰਗਤ ਹੈ, ਉਹ ਸੰਗਤ ਕਰਨ ਦਾ ਫਾਇਦਾ ਹੈ, ਉਹਦੇ ਵਿੱਚ ਜਾਣਾ ਚਾਹੀਦਾ ਹੈ। ਵੀ ਜਿਸ ਜਗ੍ਹਾ ਦੇ ਉੱਤੇ ਇੱਕ ਦੀ ਗੱਲ ਹੋਵੇ, ਇੱਕ ਤੋਂ ਬਿਨਾਂ ਹੋਰ ਕਿਸੇ ਦੀ ਗੱਲ ਨਾ ਹੁੰਦੀ ਹੋਵੇ, ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਦੀ ਗੱਲ ਨਾ ਹੋਵੇ, ਇੱਕ ਨਾਲ ਜੋੜਿਆ ਜਾਵੇ। ਇੱਕ ਉਪਰ ਯਤਨ, ਇੱਕ ਦੇ ਨਾਲ ਜੋੜਨ ਦਾ ਜਿਹੜਾ ਯਤਨ ਹੁੰਦਾ ਹੈ। ਸਾਧ ਕੀ ਮਹਿਮਾ ਵਰਣੈ ਕੌਣ ਪਰਾਨੀ, ਨਾਨਕ ਸਾਧ ਕੀ ਸ਼ੋਭਾ ਪ੍ਰਭ ਮਾਹੀ ਸਮਾਨੀ। ਹੁਣ ਗੁਰਮੁਖ ਜਨਾਂ ਦੀ ਜੇਕਰ ਮਹਿਮਾ ਕਰਨੀ ਹੋਵੇ, ਵਡਿਆਈ ਕਰਨੀ ਹੋਵੇ, ਵਰਣੈ ਕੌਣ ਪਰਾਨੀ, ਕਿਹੜਾ ਉਹਨਾਂ ਦੀ ਵਡਿਆਈ ਬਿਆਨ ਕਰ ਸਕਦਾ, ਵਰਨ ਸਕਦਾ, ਉਹਦਾ ਵਿਖਿਆਨ ਕਰ ਸਕਦਾ। ਨਾਨਕ, ਹੇ ਨਾਨਕ, ਸਾਧ ਕੀ ਸ਼ੋਭਾ, ਇਹੋ ਜਿਹੇ ਗੁਰਮੁਖ ਜਨਾਂ ਦੀ ਜਿਹੜੀ ਸ਼ੋਭਾ ਹੈ ਉਹ ਪ੍ਰਭ ਮਾਹੀ ਸਮਾਨੀ, ਉਹ ਪਰਮਾਤਮਾ ਆਪ ਹੀ ਜਾਣਦਾ ਹੈ। ਕਿਉਂ? ਜੋ ਪ੍ਰਮਾਤਮਾ ਦੇ ਵਿੱਚ ਸਮਾ ਗਿਆ, ਜੇ ਪ੍ਰਮਾਤਮਾ ਦੀ ਸ਼ੋਭਾ ਨਹੀਂ ਸੀ ਕਰ ਸਕਦੇ, ਉਹਨੂੰ ਅਸੀਂ ਬਿਆਨ ਨਹੀਂ ਕਰ ਸਕਦੇ, ਤੇ ਫਿਰ ਇਹਨਾਂ ਦੀ ਜਿਹੜੀ ਸ਼ੋਭਾ ਹੈ ਉਹ ਪੂਰੀ ਬਿਆਨ ਨਹੀਂ ਕੀਤੀ ਜਾ ਸਕਦੀ। ਜਿੰਨੇ ਕੁ ਅਸੀਂ ਗੁਣ ਗਾ ਸਕਦੇ ਹਾਂ ਉਹ ਗਾ ਸਕਦੇ ਹਾਂ, ਪੂਰੀ ਜਿਹੜੀ ਸ਼ੋਭਾ ਹੈ
ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਸਾਧ ਕੈ ਸੰਗ ਅਗੋਚਰ ਮਿਲੈ, ਸਾਧ ਕੈ ਸੰਗ ਸਦਾ ਪ੍ਰਫੁੱਲੈ। ਹੁਣ ਗੁਰਮੁਖ ਜਨਾਂ ਦੀ ਸੰਗਤ ਦੇ ਵਿੱਚੋਂ ਅਗੋਚਰ ਦਾ ਅਰਥ ਹੁੰਦਾ ਉਹ ਪਦਾਰਥ ਜਿਹੜੀ ਸਾਡੀ ਪਹੁੰਚ ਤੋਂ ਪਰਾ ਹੋਵੇ, ਸਾਡੇ ਸਰੀਰਕ ਇੰਦਰੀਆਂ ਦੀ ਪਹੁੰਚ ਤੋਂ ਪਰਾ ਹੈ। ਜਿਹੜਾ ਨਾਮ ਰੂਪੀ ਪਦਾਰਥ ਇਹ ਸਾਡੀ ਪਹੁੰਚ ਤੋਂ ਪਰਾ ਹੈ, ਉਸ ਪਦਾਰਥ ਦੀ ਸਾਨੂੰ ਪ੍ਰਾਪਤੀ ਹੁੰਦੀ ਹੈ। ਸਾਧ ਕੈ ਸੰਗ, ਗੁਰਮੁਖਾਂ ਦੀ ਸੰਗਤ ਦੇ ਵਿੱਚ ਰਹਿਣ ਵਾਲਾ ਮਨੁੱਖ ਸਦਾ ਪ੍ਰਫੁੱਲੈ, ਸਦਾ ਖੁਸ਼ ਰਹਿੰਦਾ ਹੈ, ਸਦਾ ਖੇੜੇ ਦੇ ਵਿੱਚ ਰਹਿੰਦਾ ਹੈ। ਇੱਧਰ ਵੀ ਪ੍ਰਫੁੱਲਿਆ ਦਾ ਪ੍ਰਫੁੱਲਤ ਹੁੰਦਾ ਹੈ, ਭਾਵ ਖੇੜੇ ਦੇ ਵਿੱਚ, ਖੁਸ਼ੀ ਦੇ ਵਿੱਚ ਸਦਾ ਰਹਿੰਦਾ ਹੈ। ਸਾਧ ਕੈ ਸੰਗ ਆਵਹਿ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ। ਤੇ ਗੁਰਮੁਖਾਂ ਦੀ ਸੰਗਤ ਦੇ ਵਿੱਚੋਂ ਪੰਜ ਜਿਹੜੇ ਵਿਕਾਰ ਮੰਨੇ ਗਏ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਜਿਨ੍ਹਾਂ ਨੂੰ ਅਸੀਂ ਵਿਸ਼ੇ ਵਿਕਾਰ ਕਹਿੰਦੇ ਆ, ਵੀ ਜਿਸ ਦੇ ਅੰਦਰ ਸਾਰੀ ਜਿਹੜੀ ਸ੍ਰਿਸ਼ਟੀ ਹੈ ਉਹਦੇ ਵਿੱਚ ਗਲਤਾਨ ਹੋਈ ਪਈ ਹੈ। ਕੋਈ ਨਾ ਕੋਈ ਰੋਗ ਮਨੁੱਖ ਨੂੰ ਲੱਗਾ ਹੋਵੇਗਾ, ਕੋਈ ਕਾਮ ਦਾ ਹੋਵੇਗਾ, ਕ੍ਰੋਧ ਦਾ ਹੋਵੇਗਾ, ਹੰਕਾਰ ਦਾ ਹੋਵੇਗਾ, ਮੋਹ ਦਾ ਹੋਵੇਗਾ, ਲੋਭ ਦਾ ਹੋਵੇਗਾ, ਨਿੰਦਿਆ, ਦਵੈਸ਼, ਈਰਖਾ, ਇਹ ਸਭ ਔਗੁਣਾਂ ਦੇ ਵਿੱਚ ਹੈ। ਜਿਹੜੇ ਪੰਜ ਪ੍ਰਮੁੱਖ ਜਿਹੜੇ ਵਿਕਾਰ ਮੰਨੇ ਗਏ ਨੇ, ਜਿਹਦੇ ਵਿੱਚ ਮਨੁੱਖ ਫਸਿਆ ਰਹਿੰਦਾ ਹੈ। ਤੇ ਜਦੋਂ ਗੁਰਮੁਖਾਂ ਦੀ ਸੰਗਤ ਕਰਾਂਗੇ ਤੇ ਇਹਨਾਂ ਵਿਕਾਰਾਂ ਤੋਂ ਸਾਡਾ ਖੁਲਾਸੀ ਹੋਵੇਗੀ, ਸਾਡਾ ਛੁਟਕਾਰਾ ਹੋਵੇਗਾ, ਇਹਦੇ ਤੋਂ ਬਚ ਜਾਵਾਂਗੇ, ਬਸ ਦੇ ਵਿੱਚ ਆ ਜਾਣਗੇ। ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਤੇ ਗੁਰਮੁਖਾਂ ਦੀ ਸੰਗਤ ਦੇ ਵਿੱਚ ਮਨੁੱਖ ਆਤਮਿਕ ਜੀਵਨ ਦੇਣ ਵਾਲਾ ਨਾਮ ਰੂਪੀ ਜਿਹੜਾ ਜਲ ਹੈ ਉਸ ਨੂੰ ਛਕਦਾ ਰਹਿੰਦਾ, ਉਹਦੇ ਵਿੱਚ ਲੱਗਾ ਰਹਿੰਦਾ। ਸਾਧ ਸੰਗ ਹੋਈ ਸਭ ਕੀ ਰੇਨ, ਸਾਧ ਕੈ ਸੰਗ ਮਨੋਹਰ ਬੈਨ। ਤੇ ਜਦੋਂ ਗੁਰਮੁਖਾਂ ਦੀ ਭਲਿਆਂ ਦੀ ਸੰਗਤ ਕਰਾਂਗੇ, ਜਿਹੜੇ ਮਨੁੱਖ ਆਪ ਨਿਮਰਤਾ ਦੇ ਵਿੱਚ ਹੋਣਗੇ, ਆਪ ਚਰਨਾਂ ਦੀ ਧੂੜ ਹੋਣਗੇ, ਤੇ ਜਦੋਂ ਇਹੋ ਜਿਹੇ ਪਿਆਰਿਆਂ ਦੀ ਸੰਗਤ ਕਰਦੇ ਆ, ਫਿਰ ਸਾਡਾ ਵੀ ਜਿਹੜਾ ਸੁਭਾਅ ਹੈ ਉਹ ਉਹੋ ਜਿਹਾ ਬਣ ਜਾਂਦਾ ਹੈ। ਸਾਡੇ ਵੀ ਸੁਭਾਅ ਦੇ ਵਿੱਚ ਨਿਮਰਤਾ ਆਵੇਗੀ, ਅਸੀਂ ਵੀ ਆਪਣੇ ਅੰਦਰ ਜਿਹੜੀ ਨਿਮਰਤਾ ਹੈ, ਨਿਮਰਤਾ ਨੂੰ ਲੈ ਕੇ ਆਵਾਂਗੇ। ਤੇ ਸਾਧ ਕੈ ਸੰਗ ਮਨੋਹਰ ਬੈਨ, ਮਨੋਹਰ ਸੋਹਣੇ, ਮਿੱਠੇ, ਬੈਨ ਬੋਲ, ਵੀ ਫਿਰ ਜੋ ਰਸਨਾ ਦੇ ਉੱਤੋਂ ਬੋਲਾਂਗੇ ਸਦਾ ਮਿੱਠਾ ਹੀ ਬੋਲਾਂਗੇ, ਕਦੀ ਵੀ ਫਿੱਕਾ ਨਹੀਂ ਬੋਲਾਂਗੇ। ਫਿੱਕੇ ਤੋਂ ਭਾਵ ਮਾੜਾ ਬੋਲ। ਇਸ ਰਸਨਾ ਦੇ ਵਿੱਚੋਂ ਜਦੋਂ ਨਿਕਲੇਗਾ ਪਰਮਾਤਮਾ ਦੀ ਸ਼ੋਭਾ, ਪਰਮਾਤਮਾ ਦੀ ਵਡਿਆਈ ਹੀ ਨਿਕਲੇਗੀ। ਸਾਧ ਕੈ ਸੰਗ ਨਾ ਕਤਹੂ ਤਾਵੈ, ਸਾਧ ਸੰਗ ਅਸਥਿਤ ਮਨ ਪਾਵੈ। ਹੁਣ ਗੁਰਮੁਖਾਂ ਦੀ ਸੰਗਤ ਦੇ ਵਿੱਚ ਮਨ ਕਦੇ ਵੀ ਦੌੜਦਾ ਨਹੀਂ, ਮਨ ਦਾ ਟਿਕਾਊ ਚਾਹੀਦਾ ਨਾ। ਹਰੇਕ ਮਨੁੱਖ ਮਨ ਦੀ ਸ਼ਾਂਤੀ ਚਾਹੁੰਦਾ ਵੀ ਮਨ ਟਿਕ ਜਾਵੇ, ਤੇ ਫਿਰ ਟਿਕਣ ਦਾ ਰਸਤਾ ਦੱਸਦੇ ਪਏ ਨੇ। ਜਦੋਂ ਗੁਰਮੁਖਾਂ ਦੀ ਸੰਗਤ ਕਰਾਂਗੇ, ਸੰਤ ਜਨਾਂ ਦੀ ਸੰਗਤ ਕਰਾਂਗੇ, ਫਿਰ ਮਨ ਟਿਕ ਜਾਵੇਗਾ, ਮਨ ਸਹਿਜ ਅਵਸਥਾ 'ਚ ਟਿਕੇਗਾ, ਟਿਕਾਊ ਇਹਦੇ ਅੰਦਰ ਪੈਦਾ ਹੋਵੇਗਾ। ਤੇ ਸਾਧ ਸੰਗ ਅਸਥਿਤ ਮਨ ਪਾਵੈ, ਤੇ ਫਿਰ ਮਨ ਜਿਹੜਾ ਵਾਰ-ਵਾਰ ਭੜਕਦਾ ਨਹੀਂ, ਅਸਥਿਤ ਦਾ ਟਿਕਾਊ, ਸਦਾ ਥਿਰ ਦੇ ਲਈ, ਸਦਾ ਦੇ ਲਈ, ਇਹ ਨਹੀਂ ਵੀ ਕੁਝ ਸਮੇਂ ਦੇ ਲਈ। ਫਿਰ ਇਹਦੇ ਅੰਦਰ ਜਿਹੜੇ ਫੁਰਨੇ ਪੈਦਾ ਹੁੰਦੇ ਨੇ, ਮਨੁੱਖ ਦੇ ਮਨ ਦੇ ਵਿੱਚ ਵਿਚਾਰ ਪੈਦਾ ਹੁੰਦੇ ਨੇ, ਇਹ ਫੁਰਨੇ, ਮਾੜੇ ਫੁਰਨੇ ਅੰਦਰੋਂ ਨਹੀਂ ਪੈਦਾ ਹੋਣਗੇ। ਫੁਰਨਿਆਂ ਨੂੰ ਜਨਮ ਦੇਣਾ ਬੰਦ ਹੋ ਜਾਵੇਗਾ। ਤੇ ਜਦੋਂ ਵੀ ਅੰਦਰ ਚੰਗੇ ਵਿਚਾਰ, ਪੋਜ਼ਿਟਿਵ ਜਿਹੜੀ ਸੋਚ ਹੈ ਉਹ ਸਾਡੇ ਅੰਦਰ ਆਵੇਗੀ, ਅੰਦਰ ਟਿਕ ਜਾਵੇਗੀ। ਸਾਧ ਕੈ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ। ਤੇ ਹੁਣ ਭਿੰਨ ਦਾ ਅਰਥ ਹੁੰਦਾ ਨਿਰਲੇਪ ਹੋ ਜਾਣਾ, ਵੱਖੋ ਵੱਖਰੇ, ਵੀ ਇਹ ਭਿੰਨ ਭਿੰਨ ਨੇ, ਵੱਖੋ ਵੱਖਰੇ ਨੇ। ਤੇ ਜਦੋਂ ਗੁਰਮੁਖਾਂ ਦੀ ਸੰਗਤ ਹੋਵੇਗੀ, ਉਹਦੇ ਵਿੱਚ ਆ ਕੇ ਬੈਠਾਂਗੇ,
ਤੇ ਉਹਦੇ ਨਾਲ ਇਹ ਮਾਇਆ ਤੋਂ ਅਸੀਂ ਨਿਰਲੇਪ ਹੋਵਾਂਗੇ, ਮਾਇਆ ਸਾਡੇ ਤੇ ਪ੍ਰਭਾਵ ਨਹੀਂ ਪਾਵੇਗੀ, ਅਸੀਂ ਮਾਇਆ ਦੇ ਅਧੀਨ ਨਹੀਂ ਰਵਾਂਗੇ। ਮਾਇਆ ਅਸੀਂ ਉਸ ਨੂੰ ਕਹਿੰਦੇ ਆ ਨਾ ਵੀ ਜਿਹਦੇ ਤੋਂ ਸਾਨੂੰ ਪਰਮਾਤਮਾ ਵਿਸਰਦਾ ਹੋਵੇ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਉਹ ਕੋਈ ਵੀ ਚੀਜ਼ ਹੋ ਸਕਦੀ ਹੈ, ਵੀ ਜ਼ਰੂਰੀ ਨਹੀਂ ਕੋਈ ਧਨ ਦੌਲਤ ਹੋਵੇ ਵੀ ਉਹੀ ਮਾਇਆ ਹੈ। ਕੋਈ ਵੀ ਚੀਜ਼ ਲਾ ਲਵੋ ਜਿਹਦੇ ਨਾਲ ਸਾਨੂੰ ਪਰਮੇਸ਼ਰ ਦੀ ਯਾਦ ਭੁੱਲ ਰਹੀ ਹੈ, ਭਾਵੇਂ ਕੋਈ ਉਹ ਸੁੱਖ ਸਹੂਲਤ ਦੇ ਸਾਧਨ ਨੇ, ਭਾਵੇਂ ਕੋਈ ਮਕਾਨ ਹੈ, ਭਾਵੇਂ ਕੋਈ ਜ਼ਮੀਨ ਜਾਇਦਾਦ ਹੈ, ਭਾਵੇਂ ਕੋਈ ਗੱਡੀ ਹੈ, ਭਾਵੇਂ ਕੋਈ ਖਾਣ ਵਾਲੀ ਚੀਜ਼ ਹੈ, ਉਹਦੇ ਅੰਦਰ ਹਰੇਕ ਚੀਜ਼ ਆਵੇਗੀ। ਵੀ ਜਿਸ ਜਗ੍ਹਾ ਦੇ ਉੱਤੇ ਆ ਕੇ ਪਰਮਾਤਮਾ ਨੂੰ ਭੁੱਲ ਜਾਈਏ, ਜਦੋਂ ਪਰਮਾਤਮਾ ਭੁੱਲ ਗਿਆ ਤੇ ਇਹ ਮਾਇਆ ਦਾ ਮੋਹ ਸ਼ੁਰੂ ਹੋ ਜਾਂਦਾ ਹੈ, ਮਾਇਆ ਪ੍ਰਭਾਵ ਪਾਉਣਾ ਸ਼ੁਰੂ ਕਰ ਦਿੰਦੀ ਹੈ। ਤੇ ਜਦੋਂ ਗੁਰਮੁਖਾਂ ਦੀ ਸੰਗਤ ਕਰਾਂਗੇ ਤੇ ਮਨੁੱਖ ਮਾਇਆ ਤੋਂ ਨਿਰਲੇਪ ਹੋ ਜਾਂਦਾ ਹੈ ਤੇ ਹਮੇਸ਼ਾ ਦੇ ਲਈ ਉਹਦੀ ਯਾਦ ਦੇ ਵਿੱਚ ਪਰਮਾਤਮਾ ਦਾ ਸਿਮਰਨ ਟਿਕ ਜਾਂਦਾ ਹੈ। ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ। ਗੁਰਮੁਖਾਂ ਦੀ ਸੰਗਤ, ਹੈ ਨਾਨਕ ਪ੍ਰਭ ਸੋ ਪ੍ਰਸੰਨ, ਪਰਮਾਤਮਾ ਪ੍ਰਸੰਨਤਾ ਦੇ ਨਾਲ ਖੁਸ਼ੀ ਦੇ ਕੇ ਵੀ ਇਸ ਦੀ ਜਿਹੜੀ ਦਾਤ ਹੈ ਇਹ ਮਿਲਦੀ ਹੈ। ਸਾਧ ਸੰਗ ਦੁਸ਼ਮਨ ਸਭ ਮੀਤ, ਸਾਧ ਕੈ ਸੰਗ ਮਹਾ ਪੁਨੀਤ। ਸਾਧ ਸੰਗ ਦੁਸ਼ਮਨ ਸਭ ਮੀਤ, ਸਾਧੂ ਕੈ ਸੰਗ ਮਹਾ ਪੁਨੀਤ। ਗੁਰਮੁਖਾਂ ਦੀ ਸੰਗਤ ਦੇ ਵਿੱਚੋਂ ਦੁਸ਼ਮਨ ਸਭ ਮੀਤ, ਜਿਨ੍ਹਾਂ ਨੂੰ ਅਸੀਂ ਦੁਸ਼ਮਣ ਕਹਿੰਦੇ ਆ ਵੀ ਇਹ ਸਾਡੇ ਵੈਰੀ ਨੇ, ਇਹ ਸਾਡੇ ਦੁਸ਼ਮਣ ਨੇ। ਜਦੋਂ ਭਲਿਆਂ ਦੀ ਸੰਗਤ ਕਰਾਂਗੇ ਤੇ ਉਹ ਸਾਨੂੰ ਇਹ ਵਿਚਾਰ ਦੇਣਗੇ ਵੀ ਭਾਈ ਹਰੇਕ ਦੇ ਅੰਦਰ ਪਰਮਾਤਮਾ ਵਸਦਾ ਹੈ, ਹਰੇਕ ਦੇ ਅੰਦਰ ਰੱਬ ਦੀ ਜੋਤ ਹੈ। ਸਭ ਮੈਂ ਜੋਤ ਜੋਤ ਹੈ ਸੋਈ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਈ। ਇਹ ਜਗ ਸੱਚੀ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਵੀ ਜਦੋਂ ਬੰਦੇ ਨੂੰ ਇਸ ਗੱਲ ਦੀ ਸਮਝ ਆ ਜਾਵੇਗੀ ਵੀ ਹਰੇਕ ਦੇ ਵਿੱਚ ਰੱਬ ਹੈ, ਤੇ ਇਹ ਦੱਸੋ ਵੀ ਮਨੁੱਖ ਫਿਰ ਵੈਰ ਕਿਹਦੇ ਨਾਲ ਰੱਖੇਗਾ? ਵੈਰ ਬਗਾਨਿਆਂ ਨਾਲ ਕੀਤਾ ਜਾਂਦਾ, ਆਪਣਿਆਂ ਨਾਲ ਵੈਰ ਨਹੀਂ ਹੁੰਦਾ। ਜਦੋਂ ਵੈਰ ਦੀ ਭਾਵਨਾ ਹੋਵੇਗੀ ਆਪਣੇ ਵੀ ਬਗਾਨੇ ਹੋ ਜਾਂਦੇ ਨੇ, ਤੇ ਜਦੋਂ ਉਹ ਵੈਰ ਖਤਮ ਹੋ ਜਾਵੇਗਾ, ਮਿੱਤਰਤਾ ਦੀ ਗੱਲ ਆਵੇਗੀ, ਫਿਰ ਭਾਵੇਂ ਕੋਈ ਬਗਾਨਾ ਹੋਵੇ, ਭਾਵੇਂ ਕੋਈ ਖੂਨ ਦਾ ਰਿਸ਼ਤਾ ਨਾ ਵੀ ਹੋਵੇ, ਤੇ ਉਹ ਵੀ ਮਨੁੱਖ ਨੂੰ ਆਪਣਾ ਆਪਣਾ ਜਾਪਦਾ ਵੀ ਇਹ ਮੇਰਾ ਹੈ। ਤੇ ਸਤਿਗੁਰੂ ਜੀ ਫਿਰ ਇਹ ਕਿਰਪਾ ਕਰਦੇ ਨੇ ਵੀ ਜਦੋਂ ਮਨੁੱਖ ਗੁਰਮੁਖਾਂ ਦੀ ਸੰਗਤ ਕਰੇਗਾ, ਉਹਦੇ ਵਿੱਚ ਸਭ ਜਿਹੜੇ ਦੁਸ਼ਮਣ ਨੇ ਸਭ ਮਿੱਤਰ ਬਣ ਜਾਣਗੇ, ਸਾਰੇ ਉਸ ਨੂੰ ਮਿੱਤਰ ਨਜ਼ਰ ਆਉਣਗੇ। ਸਾਧੂ ਕੈ ਸੰਗ ਮਹਾ ਪੁਨੀਤ, ਪੁਨੀਤ ਦਾ ਅਰਥ ਹੈ ਪਵਿੱਤਰ। ਕਿਉਂਕਿ ਜਦੋਂ ਮਨੁੱਖ ਦਾ ਮਨ ਆਪ ਪਵਿੱਤਰ ਹੋ ਗਿਆ, ਬੰਦਾ ਆਪ ਪੋਜ਼ਿਟਿਵ ਸੋਚਣਾ ਸ਼ੁਰੂ ਹੋ ਗਿਆ, ਆਪ ਦੂਸਰਿਆਂ ਦੇ ਬਾਰੇ ਚੰਗਾ ਸੋਚਦਾ ਹੈ, ਫਿਰ ਮਾੜੇ ਵਿਚਾਰ ਕਿੱਥੋਂ ਪੈਦਾ ਹੋਣਗੇ? ਇਹ ਤੇ ਸਾਡੀ ਆਪਣੀ ਸੋਚ ਹੈ ਨਾ, ਵੀ ਸਾਡੀ ਸੋਚ ਦੇ ਵਿੱਚ ਵੀ ਮਾੜੇ ਵਿਚਾਰ ਪੈਦਾ ਹੁੰਦੇ ਨੇ। ਜਿਹੋ ਜੀ ਸਾਡੀ ਸੋਚਣੀ ਹੋਵੇਗੀ, ਜਿਹੋ ਜੀ ਸਾਡੀ ਮਤ ਹੋਵੇਗੀ, ਅਸੀਂ ਦੂਸਰੇ ਦੇ ਬਾਰੇ ਵੀ ਉਹੋ ਜਿਹਾ ਸੋਚਾਂਗੇ। ਪੋਜ਼ਿਟਿਵ ਸੋਚਣ ਵਾਲਾ ਹਮੇਸ਼ਾ ਪੋਜ਼ਿਟਿਵ ਸੋਚੇਗਾ, ਨੈਗੇਟਿਵ ਸੋਚਣ ਵਾਲਾ ਹਮੇਸ਼ਾ ਮਾੜਾ ਹੀ ਸੋਚੇਗਾ। ਤੇ ਜਦੋਂ ਗੁਰਮੁਖਾਂ ਦੀ ਸੰਗਤ ਕਰਾਂਗੇ, ਗੁਰਮੁਖਾਂ ਦੀ ਸੰਗਤ ਦੇ ਵਿੱਚੋਂ ਸਾਡਾ ਮਨ ਬਿਲਕੁਲ ਪਵਿੱਤਰ ਹੋ ਜਾਵੇਗਾ, ਬਿਲਕੁਲ ਨਿਰਮਲ ਹੋ ਜਾਵੇਗਾ। ਜਿਹਨੂੰ ਬਾਬਾ ਕਬੀਰ ਸਾਹਿਬ ਜੀ ਇਹ ਵੀ ਕਹਿੰਦੇ, ਕਬੀਰ ਮਨ ਨਿਰਮਲ ਪਿਆ, ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ, ਕਹਿਤ ਕਬੀਰ ਕਬੀਰ। ਹੁਣ ਇਸੇ ਪ੍ਰਕਾਰ ਮਨ ਨਿਰਮਲ ਹੋ ਗਿਆ, ਵਿਕਾਰਾਂ ਦੀ ਮੈਲ ਇਸੇ ਪ੍ਰਕਾਰ ਧੋਤੀ ਗਈ ਹੈ। ਜਿਵੇਂ ਮੰਨਿਆ ਜਾਂਦਾ ਹੈ ਵੀ ਗੰਗਾ ਤੇ ਇਸ਼ਨਾਨ ਕਰਨ ਦੇ ਨਾਲ ਮਨੁੱਖ ਪਵਿੱਤਰ ਹੁੰਦਾ ਹੈ, ਤੇ ਗੰਗਾ ਦਾ ਜਲ ਪਵਿੱਤਰ ਮੰਨਿਆ ਜਾਂਦਾ ਹੈ। ਉਹਨਾਂ ਨੂੰ ਮੰਨਣ ਵਾਲੇ ਲੋਕ ਘਰਾਂ ਦੇ ਵਿੱਚ ਲਿਆ ਕੇ ਛਿੜਕਾ ਕਰਦੇ ਨੇ ਵੀ ਇਹ ਗੰਗਾ ਦਾ ਜਲ ਹੈ, ਸਾਡਾ ਘਰ ਪਵਿੱਤਰ ਹੋਵੇਗਾ। ਤੇ ਇਸੇ ਪ੍ਰਕਾਰ ਬੰਦੇ ਦਾ ਮਨ ਪਵਿੱਤਰ ਹੋ ਜਾਂਦਾ ਹੈ, ਬੰਦੇ ਦੀ ਸੋਚ ਪਵਿੱਤਰ ਹੋ ਜਾਂਦੀ ਹੈ। ਮਨ ਨਿਰਮਲ ਹੋ ਗਿਆ ਤੇ ਵਿਚਾਰ ਨਿਰਮਲ ਹੋਏ। ਜਦੋਂ ਵਿਚਾਰ ਨਿਰਮਲ ਹੋ ਗਏ, ਫਿਰ ਹਰੇਕ ਪ੍ਰਕਾਰ ਦਾ ਦੁਸ਼ਮਣ ਹੈ ਉਹ ਵੀ ਸਾਨੂੰ ਮਿੱਤਰ ਲੱਗੇਗਾ। ਇਹ ਗੁਰਮੁਖਾਂ ਦੀ ਸੰਗਤ ਦੀ ਵਡਿਆਈ ਹੈ।
ਸਾਧ ਸੰਗ ਕਿਸ ਸਿਉ ਨਹੀਂ ਬੈਰ, ਸਾਧ ਕੈ ਸੰਗ ਨ ਬਿੰਗਾ ਪੈਰ। ਸਾਧ ਸੰਗ ਕਿਸ ਸਿਉ ਨਹੀਂ ਬੈਰ, ਗੁਰਮੁਖਾਂ ਦੀ ਸੰਗਤ ਦੇ ਵਿੱਚ ਕੋਈ ਕਿਸੇ ਨਾਲ ਵੈਰ ਦੀ ਭਾਵਨਾ ਨਹੀਂ ਰੱਖਦਾ। ਇਹੀ ਵਡਿਆਈ ਹੈ ਨਾ ਵੀ ਗੁਰਮੁਖਾਂ ਦੀ ਸੰਗਤ ਬੈਠੀ ਹੋਵੇ, ਗੁਰੂ ਦੀ ਸੰਗਤ ਹੋਵੇ, ਉਹਦੇ ਵਿੱਚ ਕੋਈ ਸਾਡਾ ਦੁਸ਼ਮਣ ਵੀ ਆ ਕੇ ਬਹਿ ਜਾਵੇ ਫਿਰ ਵੀ ਕੋਈ ਵੈਰ ਭਾਵਨਾ ਨਹੀਂ। ਕੋਈ ਪ੍ਰਸ਼ਾਦਾ ਛਕਦਾ ਹੋਵੇ, ਦੂਸਰਾ ਕੋਈ ਵੈਰੀ ਜਿਹੜਾ ਦੁਸ਼ਮਣ ਹੈ ਵਰਤਾਂਦਾ ਹੋਵੇ, ਉਹ ਬਿਨਾਂ ਭੇਦਭਾਵ ਦੇ ਵਰਤੁੰਦਾ ਹੈ। ਵੈਰ ਦੀ ਭਾਵਨਾ ਖਤਮ ਹੋਈ, ਸਭ ਬਰਾਬਰ ਨੇ। ਜਦੋਂ ਇਹ ਚੀਜ਼ ਖਤਮ ਹੋ ਗਈ ਤੇ ਸਾਧ ਕੈ ਸੰਗ ਨਾ ਬਿੰਗਾ ਪੈਰ, ਇਹ ਟਿੱਪੀ ਇਲਾਕੇ ਦਾ ਉਚਾਰਨ ਹੋਏਗਾ। ਬਿੰਗੇ ਦਾ ਅਰਥ ਹੁੰਦਾ ਵਿੰਗਾ, ਵੀ ਆਹ ਕੰਮ ਵਿੰਗਾ ਹੈ, ਵੀ ਤੂੰ ਵਿੰਗਾ ਵਿੰਗਾ ਕਿਉਂ ਚੱਲਣਾ, ਟੇਢਾ ਟੇਢਾ ਕਿਉਂ ਚੱਲਣਾ। ਜਦੋਂ ਬਿੰਗੇ ਦਾ ਅਰਥ ਇੱਥੇ ਕੀਤਾ ਹੋਇਆ ਇਹਨਾਂ ਨੇ 27 ਨੰਬਰ ਦੇ ਉੱਪਰ ਵੇਖੋ, ਕੁਰਾਹੀ ਨਹੀਂ ਚੱਲਦਾ, ਭਾਵ ਮਾੜੇ ਵਿਚਾਰ ਨਹੀਂ ਪੈਦਾ ਕਰਦਾ, ਮਾੜੇ ਰਸਤੇ ਦੇ ਉੱਤੇ ਨਹੀਂ ਚੱਲੇਗਾ, ਕਿਸੇ ਨਾਲ ਧੋਖਾ ਦਗਾ ਨਹੀਂ ਕਮਾਵੇਗਾ, ਠੱਗੀ ਨਹੀਂ ਮਾਰੇਗਾ ਕਿਸੇ ਨਾਲ, ਮਨ ਦੇ ਵਿੱਚ ਹੰਕਾਰ ਨਹੀਂ ਹੋਵੇਗਾ। ਇਹਨੂੰ ਹੀ ਅਸੀਂ ਮਾੜੇ ਰਸਤੇ ਕਹਿੰਦੇ ਆ ਨਾ, ਵੀ ਕੁਰਾਹੀ ਰਸਤੇ ਪੈ ਜਾਣਾ, ਵੀ ਇਹ ਲੋਭੀ ਹੈ, ਅੱਤ ਦਾ ਹੰਕਾਰੀ ਹੈ, ਇਹ ਗਲਤ ਰਸਤਾ ਹੈ। ਤੇ ਦੂਜਾ ਰਸਤਾ ਅਸੀਂ ਇਹ ਵੀ ਕਹਿੰਦੇ ਆ ਵੀ ਕੋਈ ਨਸ਼ਿਆਂ ਦੇ ਰਸਤੇ ਦੇ ਉੱਤੇ ਪੈ ਜਾਵੇ, ਉਹਨੂੰ ਅਸੀਂ ਕਹਿੰਦੇ ਆ ਵੀ ਇਹ ਗਲਤ ਰਸਤੇ ਦੇ ਉੱਤੇ ਤੁਹਾਡਾ ਪੁੱਤਰ ਚੱਲ ਪਿਆ, ਤੁਹਾਡੇ ਬੱਚੇ ਚੱਲ ਪਏ ਨੇ ਗਲਤ ਰਸਤੇ ਦੇ ਉੱਤੇ। ਤੇ ਜਿਸ ਜਗ੍ਹਾ ਦੇ ਉੱਤੋਂ ਸਾਨੂੰ ਵਿਚਾਰ ਚੰਗੀ ਮਿਲੇਗੀ, ਜਿਸ ਜਗ੍ਹਾ ਦੇ ਉੱਤੋਂ ਸਾਨੂੰ ਦਾਤ ਚੰਗੀ ਮਿਲ ਰਹੀ ਹੈ, ਵਿਚਾਰ ਸਾਨੂੰ ਸਮਝਣਾ ਚੰਗਾ ਮਿਲ ਰਿਹਾ, ਵਿਚਾਰ ਚੰਗੀ ਮਿਲ ਰਹੀ ਹੈ, ਤੇ ਉਹਦੇ ਨਾਲ ਜਦੋਂ ਚੰਗੇ ਤੇ ਮਾੜੇ ਦੀ ਪਰਖ ਹੋਵੇਗੀ, ਮਨੁੱਖ ਆਪ ਸੰਭਲ ਜਾਵੇਗਾ, ਸਮਝ ਲੱਗ ਜਾਵੇਗੀ ਜਿਸ ਰਸਤੇ ਦੇ ਉੱਤੇ ਚੱਲ ਰਿਹਾ ਇਹ ਮਾੜਾ ਰਸਤਾ ਹੈ। ਇਹੀ ਗੱਲ ਸੀ ਨਾ ਭਾਈ ਸੱਜਣ ਨੂੰ ਤੇ ਕੇਵਲ ਸਤਿਗੁਰਾਂ ਨੇ ਸਮਝਾਇਆ ਸੀ, ਭਾਈ ਤੇਰਾ ਕੰਮ ਸੱਜਣਾ ਵਾਲੇ ਨਹੀਂ। ਉਹਨੂੰ ਸਮਝ ਲੱਗ ਗਈ, ਗਿਆਨ ਆ ਗਿਆ। ਭਾਈ ਭੂਮੀਆ ਜੀ ਨੂੰ ਦੱਸਿਆ ਇਹ ਚੋਰੀ ਦਾ ਰਸਤਾ ਮਾੜਾ ਹੈ, ਉਹਨੇ ਚੋਰੀ ਕਰਨੀ ਬੰਦ ਕਰ ਦਿੱਤੀ, ਸਮਝ ਆ ਗਈ। ਗੁਰੂ ਸਾਨੂੰ ਗਿਆਨ ਦੇ ਰਿਹਾ, ਗੁਰੂ ਸਾਨੂੰ ਸਮਝ ਦੇ ਰਿਹਾ, ਇਹੋ ਜਿਹੀ ਮੱਤ ਦੇ ਰਿਹਾ ਜਿਹਦੇ ਨਾਲ ਇਸ ਗੱਲ ਦਾ ਪਤਾ ਲੱਗਦਾ ਵੀ ਕਿਹੜੀ ਚੀਜ਼ ਚੰਗੀ ਹੈ, ਕਿਹੜੀ ਚੀਜ਼ ਮਾੜੀ ਹੈ। ਤੇ ਇੱਥੇ ਸਾਧ ਕੈ ਸੰਗ ਨਾ ਬਿੰਗਾ ਪੈਰ, ਭਾਵ ਕੁਰਾਹੀ ਦੇ ਉੱਤੇ ਗੁਰਮੁਖਾਂ ਦੀ ਸੰਗਤ ਕਰਨ ਦੇ ਨਾਲ ਮਨੁੱਖ ਪੁੱਠੇ ਰਸਤੇ ਦੇ ਉੱਤੇ ਨਹੀਂ ਚੱਲੇਗਾ। ਸਾਧ ਕੈ ਸੰਗ ਨਾਹੀਂ ਕੋ ਮੰਦਾ, ਸਾਧ ਸੰਗ ਜਾਣਿ ਪਰਮਾਨੰਦਾ। ਹੁਣ ਵਾਰ-ਵਾਰ ਉਹੀ ਗੱਲ ਆ ਰਹੀ ਹੈ ਵੀ ਸਾਧ ਕੈ ਸੰਗ, ਗੁਰਮੁਖਾਂ ਦੀ ਸੰਗਤ ਦੇ ਵਿੱਚ, ਭਲਿਆਂ ਦੀ ਸੰਗਤ ਦੇ ਵਿੱਚ ਨਾਹੀਂ ਕੋ ਮੰਦਾ। ਕਿਸੇ ਨੂੰ ਮੰਦੇ ਦਾ ਅਰਥ ਅਸੀਂ ਕਰਨੇ ਆ ਮਾੜਾ, ਬੁਰਾ, ਵੀ ਸੰਗਤ ਦੇ ਵਿੱਚ ਕੋਈ ਮਾੜਾ ਨਹੀਂ, ਕੋਈ ਬੁਰਾ ਨਹੀਂ। ਇਹ ਜਦੋਂ ਮੰਦੇ ਦੀ ਵਿਚਾਰ ਖਤਮ ਹੋ ਗਈ ਤੇ ਅੱਗੇ ਦੱਸਿਆ ਕਿਉਂ, ਸਾਧ ਸੰਗ ਜਾਣੇ ਪਰਮਾਨੰਦਾ। ਤੇ ਗੁਰਮੁਖਾਂ ਦੀ ਸੰਗਤ ਦੇ ਵਿੱਚੋਂ ਮਨੁੱਖ ਹਰੇਕ ਦੇ ਵਿੱਚ ਪਰਮਾਤਮਾ ਨੂੰ ਵਸਿਆ ਹੋਇਆ ਵੇਖਦਾ ਹੈ, ਉਸ ਪਰਮਾਤਮਾ ਨੂੰ ਵਸਿਆ ਹੋਇਆ ਪਰਮਾਨੰਦ ਨੂੰ ਜਾਣਦਾ ਹੈ। ਸਾਧ ਕੈ ਸੰਗ ਨਾਹੀਂ ਹਉ ਤਾਪ, ਸਾਧ ਕੈ ਸੰਗ ਤਜੈ ਸਭ ਆਪ। ਸਾਧ ਕੈ ਸੰਗ, ਗੁਰਮੁਖਾਂ ਦੀ ਸੰਗਤ ਦੇ ਵਿੱਚ ਤੇ ਹਉਮੈ ਦੀ ਗੱਲ ਚੱਲ ਰਹੀ ਹੈ। ਤੇ ਇੱਕ ਹਉ, ਉੱਥੇ ਵੀ ਮੈਂ ਇੱਥੇ ਹੁੰਦਾ, ਉਹਦਾ ਵੀ ਅਰਥ ਮੈਂ ਹੁੰਦਾ। ਹਉ ਤਾਪ, ਮਨੁੱਖ ਦੇ ਅੰਦਰੋਂ ਮੈਂ ਦੀ ਜਿਹੜੀ ਭਾਵਨਾ ਹੈ, ਹੰਕਾਰ ਦੀ ਜਿਹੜੀ ਭਾਵਨਾ ਹੈ, ਇਹ ਖਤਮ ਹੋ ਜਾਂਦੀ ਹੈ। ਤਾਪ ਰੋਗ, ਮਨੁੱਖ ਦਾ ਇਹ ਤਾਪ ਕੱਟਿਆ ਜਾਂਦਾ ਹੈ, ਇਹ ਰੋਗ ਕੱਟਿਆ ਜਾਂਦਾ ਹੈ, ਹੰਕਾਰ ਦਾ ਰੋਗ ਕੱਟਿਆ ਗਿਆ। ਸਾਧ ਕੈ ਸੰਗ ਤਜੈ ਸਭ ਆਪ, ਉਹ ਪਰਮਾਤਮਾ ਦੇ ਵਿੱਚ, ਗੁਰੂ ਦੀ ਸੰਗਤ ਦੇ ਵਿੱਚ ਆਪਾ ਭਾਵ ਨੂੰ ਨਿਸ਼ਾਵਰ ਕਰ ਦਿੰਦਾ, ਆਪਾ ਭਾਵ ਖਤਮ ਕਰ ਦਿੰਦਾ, ਸਭ ਕੁਝ ਤਿਆਗ ਦਿੰਦਾ, ਸਭ ਕੁਝ ਗੁਰੂ ਨੂੰ ਅਰਪ ਕਰ ਦਿੰਦਾ। ਜਿਹਨੂੰ ਇਹ ਵੀ ਕਹਿੰਦੇ ਆ, ਮਨ ਵੇਚੈ ਸਤਿਗੁਰੂ ਕੈ ਪਾਸ, ਤਿਸ ਸੇਵਕ ਕੇ
ਕਾਰਜ ਰਾਸ। ਹੁਣ ਬੰਦਾ ਜੋ ਕੁਝ ਕਰਦਾ ਮਨ ਦੇ ਤੌਰ ਤੇ ਕਰ ਰਿਹਾ, ਵੀ ਮੇਰਾ ਮਨ ਨਹੀਂ ਮੰਨਦਾ, ਬੰਦਾ ਉੱਥੇ ਕੰਮ ਛੱਡ ਦਿੰਦਾ ਵੀ ਅੱਜ ਮੇਰਾ ਮਨ ਨਹੀਂ ਮੰਨ ਰਿਹਾ, ਮੈਂ ਸਕੂਲ ਨਹੀਂ ਜਾਵਾਂਗਾ, ਅੱਜ ਮੇਰਾ ਮਨ ਨਹੀਂ ਮੰਨ ਰਿਹਾ, ਮੈਂ ਗੁਰਦੁਆਰੇ ਨਹੀਂ ਜਾਵਾਂਗਾ, ਮੈਂ ਇਹ ਕੰਮ ਨਹੀਂ ਕਰਾਂਗਾ, ਮਨ ਨਹੀਂ ਮੰਨ ਰਿਹਾ ਮੇਰਾ। ਤੇ ਜਦੋਂ ਮਨ ਹੀ ਗੁਰੂ ਨੂੰ ਦੇ ਦਿੱਤਾ, ਮਨ ਵੇਚ ਦਿੱਤਾ ਗੁਰੂ ਨੂੰ, ਤੇ ਫਿਰ ਇਹ ਗੱਲ ਆਖਾਂਗੇ ਗੁਰੂ ਇਹ ਕਿਰਪਾ ਕਰ ਰਿਹਾ, ਫਿਰ ਮਨ ਖਤਮ, ਮੈਂ ਖਤਮ ਹੋ ਜਾਵੇਗੀ, ਆਪਾ ਭਾਵ ਖਤਮ ਹੋ ਜਾਵੇਗਾ। ਇਹਨੂੰ ਇਹ ਗੱਲ ਆ ਕਿ ਮਨ ਵੇਚੈ, ਵੇਚੀ ਹੋਈ ਚੀਜ਼ ਅਸੀਂ ਕਿਸੇ ਤੋਂ ਵਾਪਸ ਨਹੀਂ ਲੈ ਸਕਦੇ। ਦਿਹਾੜੇ ਦਿੱਤੀ ਹੋਈ ਚੀਜ਼, ਕੁਝ ਸਮੇਂ ਲਈ ਦਿੱਤੀ ਹੋਈ ਚੀਜ਼ ਦੀ ਸਾਨੂੰ ਚਿੰਤਾ ਹੋਵੇਗੀ, ਫਿਕਰ ਹੋਵੇਗੀ ਵੀ ਇਹ ਚੀਜ਼ ਨੂੰ ਕੋਈ ਤੋੜ ਨਾ ਦੇਵੇ, ਇਹਦਾ ਨੁਕਸਾਨ ਨਾ ਕਰ ਦੇਵੇ। ਪਰ ਜਿਹੜੀ ਵੇਚ ਹੀ ਦਿੱਤੀ, ਅਸੀਂ ਕਹਿੰਦੇ ਹਾਂ ਭਾਈ ਅੱਜ ਤੋਂ ਬਾਅਦ ਮੇਰੀ ਕੋਈ ਜ਼ਿੰਮੇਵਾਰੀ ਨਹੀਂ, ਆ ਵੇਖ ਲੈ ਤੇਰੇ ਸਾਹਮਣੇ ਹੈ, ਭਾਵੇਂ ਚੰਗੀ ਹੈ ਭਾਵੇਂ ਮਾੜੀ ਹੈ, ਠੀਕ ਚੱਲ ਰਹੀ ਹੈ ਨਹੀਂ ਚੱਲ ਰਹੀ, ਇਹਦੇ ਤੋਂ ਬਾਅਦ ਜ਼ਿੰਮੇਵਾਰੀ ਤੇਰੀ ਹੈ। ਤੇ ਪਿਆਰਿਓ, ਜਦੋਂ ਤੱਕ ਮਨ ਸਾਡੇ ਕੋਲ ਹੈ ਉਦੋਂ ਤੱਕ ਮੈਂ ਰਹੇਗਾ ਅੰਦਰ, ਤੇ ਜਦੋਂ ਮਨ ਗੁਰੂ ਨੂੰ ਵੇਚ ਦਿੱਤਾ ਤੇ ਫਿਰ ਆਪਾ ਭਾਵ ਅਸੀਂ ਵੇਚ ਦਿੱਤਾ, ਫਿਰ ਜੋ ਗੁਰੂ ਆਖੇਗਾ ਗੁਰੂ ਦੇ ਅਨੁਸਾਰ ਕਾਰਜ ਹੋਣਗੇ। ਤੇ ਫਿਰ ਸਤਿਗੁਰੂ ਜੀ ਕਿਰਪਾ ਕਰਦੇ, ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਹੁਣ ਕਾਰਜ ਵੀ ਰਾਸ ਹੋ ਗਏ ਨੇ, ਉਹਦੇ ਕਾਰਜ ਵੀ ਜਿਹੜੇ ਸਫਲਾ ਹੋ ਗਏ। ਇਹੀ ਚੀਜ਼ ਹੈ ਵੀ ਆਪਾ ਭਾਵ ਮਨੁੱਖ ਆਪਣੇ ਅੰਦਰੋਂ ਖਤਮ ਕਰ ਦਿੰਦਾ ਹੈ। ਆਪੇ ਜਾਣੈ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਨ ਆਈ। ਉਹ ਮਾਲਕ ਪਰਮਾਤਮਾ ਸਾਧ ਜਨਾਂ ਦੀ ਵਡਿਆਈ ਆਪ ਹੀ ਜਾਣਦਾ ਹੈ, ਅਸੀਂ ਨਹੀਂ ਦੱਸ ਸਕਦੇ, ਬਿਆਨ ਕਰ ਸਕਦੇ। ਨਾਨਕ ਸਾਧ ਪ੍ਰਭੂ ਬਨ ਆਈ, ਇਹ ਨਾਨਕ ਕਿਉਂਕਿ ਸਾਧੂ ਜਨਾਂ ਦੀ, ਇਹੋ ਜਿਹੇ ਗੁਰਮੁਖ ਜਨਾਂ ਦੀ ਪਰਮਾਤਮਾ ਦੇ ਨਾਲ ਬਣ ਗਈ ਹੈ, ਬਣ ਆ ਗਈ ਹੈ, ਇੱਕ ਮਿਕ ਹੋ ਗਏ ਨੇ, ਉਹ ਆਪਸ ਦੇ ਵਿੱਚ ਮਿਲ ਗਏ ਨੇ, ਉਹਨਾਂ ਦੇ ਵਿੱਚ ਕੋਈ ਫਰਕ ਨਹੀਂ ਲੱਗ ਰਿਹਾ, ਕੋਈ ਭੇਦਭਾਵ ਨਹੀਂ ਹੈ, ਇੱਕੋ ਹੀ ਨੇ, ਸਭ ਕੁਝ ਉਹ ਅਰਪ ਕਰ ਚੁੱਕੇ ਨੇ। ਨਾਨਕ ਸਾਧ ਪ੍ਰਭੂ ਬਣ ਆਈ, ਪਰਮਾਤਮਾ ਦੇ ਨਾਲ ਉਹਨਾਂ ਦੀ ਬਣ ਆਈ ਹੈ। ਸਾਧ ਕੇ ਸੰਗ ਨ ਕਬਹੂ ਧਾਵੈ, ਸਾਧ ਕੇ ਸੰਗ ਸਦਾ ਸੁਖ ਪਾਵੈ। ਹੁਣ ਗੁਰਮੁਖਾਂ ਦੀ ਸੰਗਤ ਕਰਨ ਦੇ ਨਾਲ, ਭਲਿਆਂ ਦੀ ਸੰਗਤ ਕਰਨ ਦੇ ਨਾਲ ਦੁਬਾਰਾ ਤੋਂ ਫਿਰ ਉਹੀ ਮਨ ਟਿਕ ਜਾਂਦਾ ਹੈ। ਧਾਵੈ ਦਾ ਅਰਥ ਦੌੜਨਾ, ਮਨ ਦੌੜਦਾ ਨਹੀਂ, ਮਨ ਟਿਕਾਊ ਵਿੱਚ ਆ ਜਾਂਦਾ ਹੈ। ਤੇ ਸਾਧ ਕੇ ਸੰਗ ਸਦਾ ਸੁਖ ਪਾਵੈ, ਤੇ ਗੁਰਮੁਖਾਂ ਦੀ ਸੰਗਤ ਦੇ ਵਿੱਚੋਂ ਹਮੇਸ਼ਾ ਸੁਖ ਦੀ ਪ੍ਰਾਪਤੀ ਹੁੰਦੀ, ਮਨੁੱਖ ਜ਼ਿੰਦਗੀ ਦੇ ਵਿੱਚ ਸੁਖ ਹੀ ਪਾਉਂਦਾ ਹੈ। ਸਾਧ ਸੰਗ ਬਸਤ ਅਗੋਚਰ ਲਹੈ, ਸਾਧੂ ਕੈ ਸੰਗ ਅਜਰ ਸਹੈ। ਸਾਧ ਸੰਗ ਬਸਤ ਅਗੋਚਰ ਲਹੈ। ਹੁਣ ਸਾਧ ਜਨਾਂ ਦੀ ਸੰਗਤ ਵਿੱਚੋਂ ਵਸਤੂ ਦੀ ਪ੍ਰਾਪਤੀ ਹੋਈ, ਕੋਈ ਚੀਜ਼ ਮਿਲੀ, ਉਹ ਕਿਹੜੀ? ਅਗੋਚਰ, ਨਾਮ ਦੀ ਪ੍ਰਾਪਤੀ ਹੋਈ, ਜਿਹੜੀ ਪਹੁੰਚ ਕਰਮ ਇੰਦਰੀਆਂ ਤੋਂ, ਸਾਡੀ ਸਰੀਰਕ ਇੰਦਰੀਆਂ ਤੋਂ ਉਤਾਂ ਦੀ ਹੈ। ਉਹ ਮਾਲਕ ਹੁਣ ਮਿਲ ਪਿਆ, ਪਰਮਾਤਮਾ ਮਿਲ ਪਿਆ। ਤੇ ਸਾਧੂ ਕੈ ਸੰਗ ਅਜਰ, ਜਰ ਦਾ ਅਰਥ ਹੈ ਕਿਸੇ ਚੀਜ਼ ਨੂੰ ਜਰ ਲੈਣਾ, ਵੀ ਤੂੰ ਗੱਲ ਆਖੀ ਮੈਂ ਜਰ ਲਈ। ਕੁਝ ਇਹੋ ਜਿਹੀਆਂ ਗੱਲਾਂ ਵੀ ਜਿਹੜੀਆਂ ਜਰੀਆਂ ਨਹੀਂ ਜਾ ਸਕਦੀਆਂ, ਕੁਝ ਇਹੋ ਜਿਹੀਆਂ ਚੀਜ਼ਾਂ ਵੀ ਜਿਹੜੇ ਜਰ ਨਹੀਂ ਸਕਦੇ। ਪਰਮਾਤਮਾ ਦਾ ਨਾਮ ਅਜਰ ਹੈ। ਪਰ ਜਦੋਂ ਕਿਰਪਾ ਹੋ ਜਾਵੇ, ਜਦੋਂ ਮਨੁੱਖ ਗੁਰੂ ਦੀ ਕਿਰਪਾ ਦੇ ਨਾਲ ਗੁਰਮੁਖਾਂ ਦੀ ਸੰਗਤ ਕਰਦਾ ਹੈ, ਗੁਰਮੁਖਾਂ ਦੀ ਸੰਗਤ ਦੇ ਵਿੱਚ ਬੈਠੇਗਾ, ਬਾਣੀ ਨੂੰ ਸੁਣੇਗਾ, ਬਾਣੀ ਨੂੰ ਪੜ੍ਹੇਗਾ, ਤੇ ਫਿਰ ਇਹੋ ਜਿਹੀ ਵਸਤੂ ਦੀ ਪ੍ਰਾਪਤੀ ਹੋਵੇਗੀ, ਇਹੋ ਜਿਹੀ ਚੀਜ਼ ਦੀ ਪ੍ਰਾਪਤੀ ਹੋਵੇਗੀ, ਇਹੋ ਜਿਹੇ ਨਾਮ ਦੀ ਪ੍ਰਾਪਤੀ ਵੀ ਜਿਹੜੀ ਜਰਨ ਵਾਲੀ ਨਹੀਂ ਸੀ ਪਰ ਜਰ ਲਿਆ। ਜਿਹਨੂੰ ਤੁਸੀਂ ਇੱਦਾਂ ਵੀ ਕਹਿ ਲਵੋ ਵੀ ਮਨੁੱਖ ਦੇ ਅੰਦਰ ਸਹਿਨਸ਼ੀਲਤਾ ਵਾਲੀ ਇੱਕ ਬਿਰਤੀ ਬਣ ਗਈ,
ਪਹਿਲਾਂ ਕਿਸੇ ਗੱਲ ਨੂੰ ਜਰਦਾ ਨਹੀਂ ਸੀ, ਪਰ ਜਦੋਂ ਗੁਰੂ ਦੀ ਵਿਚਾਰ ਵਸੀ, ਗੁਰੂ ਦੀ ਮਤ ਵਸੀ, ਇੱਕ ਤੇ ਨਾਮ ਅੰਦਰ ਵਸ ਗਿਆ ਤੇ ਦੂਜੇ ਅੰਦਰ ਇੱਕ ਉਹ ਦਾਤ ਮਿਲ ਗਈ। ਹੁਣ ਕੋਈ ਵੀ ਕੋਈ ਕੁਝ ਆਖੇ ਉਸ ਨੂੰ ਜਰ ਲੈਂਦਾ ਹੈ। ਤੇ ਇਹ ਜਿਹੜੀ ਚੀਜ਼ ਹੈ, ਇਹ ਜਿਹੜੀ ਦਾਤ ਹੈ, ਇਹ ਗੁਰਮੁਖਾਂ ਦੀ ਸੰਗਤ ਦੇ ਵਿੱਚੋਂ ਪ੍ਰਾਪਤ ਹੁੰਦੀ ਹੈ। ਸਾਧ ਕੈ ਸੰਗ ਬਸੈ ਥਾਨ ਊਚੈ, ਸਾਧੂ ਕੈ ਸੰਗ ਮਹਿਲ ਪਹੁੰਚੈ। ਹੁਣ ਗੁਰਮੁਖਾਂ ਦੀ ਸੰਗਤ ਦੇ ਵਿੱਚੋਂ ਆਤਮਿਕ ਦਰਜੇ ਦੀ ਪ੍ਰਾਪਤੀ ਹੁੰਦੀ ਹੈ, ਪਰਮ ਅਵਸਥਾ ਦੀ ਪ੍ਰਾਪਤੀ, ਜਿਹਦੇ ਵਿੱਚ ਮਨੁੱਖ ਇਹੋ ਜਿਹਾ ਦਰਜਾ ਮਿਲ ਜਾਂਦਾ ਹੈ, ਸਭ ਤੋਂ ਉੱਚਾ, ਸਭ ਤੋਂ ਸ੍ਰਿਸ਼ਟ। ਤੇ ਸਾਧ ਕੈ ਸੰਗ ਬਸੈ ਥਾਨ ਉੱਚੈ, ਸਾਧੂ ਕੈ ਸੰਗ ਮਹਿਲ ਪਹੁੰਚੈ। ਤੇ ਉਸ ਘਰ ਦੇ ਵਿੱਚ ਜਾ ਪਹੁੰਚਦਾ ਹੈ ਜਿਸ ਜਗ੍ਹਾ ਦੇ ਉੱਤੇ ਮਨੁੱਖ ਦਾ ਮਨੋਰਥ ਸੀ। ਪਰਮਾਤਮਾ ਦੇ ਨਾਲ ਮਿਲਣਾ, ਰੱਬ ਦੇ ਨਾਲ ਮਿਲਣਾ, ਇਹ ਮਨੁੱਖ ਦਾ ਮਨੋਰਥ ਹੈ। ਤੇ ਗੁਰਮੁਖਾਂ ਦੀ ਸੰਗਤ ਦੇ ਵਿੱਚੋਂ ਉਸ ਘਰ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਹੜਾ ਕਦੇ ਵੀ ਨਾਸ਼ ਨਹੀਂ ਹੋਣ ਵਾਲਾ। ਉਹ ਦਾਤ ਮਿਲ ਜਾਂਦੀ ਹੈ ਜਿਹੜੀ ਕਦੇ ਵੀ ਸਾਥ ਨਹੀਂ ਛੱਡਣ ਵਾਲੀ। ਉਸ ਜਗ੍ਹਾ ਦੇ ਉੱਤੇ ਪਹੁੰਚ ਜਾਂਦਾ ਹੈ। ਸਾਧ ਕੈ ਸੰਗ ਦ੍ਰਿੜੈ ਸਭ ਧਰਮ, ਸਾਧ ਕੈ ਸੰਗ ਕੇਵਲ ਪਾਰ ਬ੍ਰਹਮ। ਤੇ ਗੁਰਮੁਖਾਂ ਦੀ ਸੰਗਤ ਦੇ ਵਿੱਚੋਂ ਉਹ ਆਪਣੇ ਧਰਮ ਨੂੰ ਪਛਾਣਦਾ ਹੈ, ਆਪਣੇ ਫਰਜ਼ਾਂ ਨੂੰ ਪਹਿਚਾਣਦਾ ਹੈ, ਦ੍ਰਿੜ ਕਰ ਲੈਂਦਾ ਹੈ, ਪੱਕਾ ਕਰ ਲੈਂਦਾ ਹੈ, ਆਪਣੇ ਫਰਜ਼ ਨੂੰ ਸਮਝ ਲੈਂਦਾ ਹੈ ਵੀ ਮੇਰਾ ਫਰਜ਼ ਕੀ ਹੈ, ਸੰਸਾਰ ਦੇ ਉੱਤੇ ਆਇਆ ਕਿਉਂ ਆ। ਬੱਚੇ ਫਰਜ਼ਾਂ ਨੂੰ ਸਮਝਦੇ ਨਾ, ਅਸੀਂ ਕਹਿੰਦੇ ਆ ਵੀ ਭਾਈ ਤੂੰ ਆਪਣਾ ਫਰਜ਼ ਸਮਝ, ਤੈਨੂੰ ਪਤਾ ਹੈ ਵੱਡਾ ਹੋ ਕੇ ਕੀ ਬਣਨਾ ਹੈ। ਇੱਕ ਮਨੋਰਥ ਮਿੱਥ ਲਿਆ ਵੀ ਮੈਂ ਡਾਕਟਰ ਬਣਾਂਗਾ, ਮੈਂ ਇੰਜੀਨੀਅਰ ਬਣਾਂਗਾ, ਮੈਂ ਫੋਰਨ ਦੇ ਵਿੱਚ ਜਾਣਾ ਹੈ, ਵੀ ਆਹ ਮੇਰਾ ਨਿਸ਼ਾਨਾ ਹੈ, ਟਿਕਾ ਹੈ। ਤੇ ਇੱਕ ਮਨੁੱਖ ਦਾ ਭਾਵੇਂ ਕੋਈ ਵੀ ਹੈ, ਭਾਵੇਂ ਕੋਈ ਡਾਕਟਰ ਹੈ, ਭਾਵੇਂ ਕੋਈ ਬੱਚਾ ਹੈ, ਭਾਵੇਂ ਕੋਈ ਜਵਾਨ ਹੈ, ਭਾਵੇਂ ਕੋਈ ਬਜ਼ੁਰਗ ਹੈ, ਹਰੇਕ ਦਾ ਇੱਕ ਮਨੋਰਥ ਹੈ, ਇੱਕ ਟੀਚਾ ਹੈ। ਉਹ ਹੈ ਪਰਮਾਤਮਾ ਦੇ ਵਿੱਚ ਅਭੇਦ ਹੋਣਾ, ਆਪਣੇ ਜੀਵਨ ਨੂੰ ਸਫਲਾ ਕਰਨਾ, ਆਪਣੇ ਜੀਵਨ ਨੂੰ ਸੋਹਣਾ ਬਣਾਉਣਾ। ਤੇ ਸਤਿਗੁਰੂ ਜੀ ਕਿਰਪਾ ਕਰਦੇ ਮਨੁੱਖ ਗੁਰਮੁਖਾਂ ਦੀ ਸੰਗਤ ਦੇ ਵਿੱਚ ਆ ਕੇ ਇਸ ਫਰਜ਼ ਨੂੰ ਉਹ ਜਾਣ ਲੈਂਦਾ, ਦ੍ਰਿੜ ਕਰ ਲੈਂਦਾ, ਪੱਕਾ ਕਰ ਲੈਂਦਾ, ਉਹਨੂੰ ਸਮਝ ਲੱਗ ਜਾਂਦੀ ਹੈ। ਸਾਧ ਕੈ ਸੰਗ ਕੇਵਲ ਪਾਰ ਬ੍ਰਹਮ। ਗੁਰਮੁਖਾਂ ਦੀ ਸੰਗਤ ਦੇ ਵਿੱਚ ਇੱਕ ਵਾਹਿਗੁਰੂ ਹੀ ਨਜ਼ਰ ਆਉਂਦਾ ਹੈ, ਹਰ ਪਾਸੇ ਉਸ ਨੂੰ ਪਰਮਾਤਮਾ ਹੀ ਦਿਸੇਗਾ। ਜਿਵੇਂ ਉੱਪਰ ਆਪਾਂ ਗੱਲ ਕੀਤੀ, ਜਦੋਂ ਪਰਮਾਤਮਾ ਨਜ਼ਰ ਆਇਆ ਫਿਰ ਮਨੁੱਖ ਕਿਸੇ ਨਾਲ ਧੋਖਾ ਨਹੀਂ ਕਰਦਾ, ਫਿਰ ਕਿਸੇ ਨਾਲ ਠੱਗੀ ਨਹੀਂ ਮਾਰੇਗਾ। ਉਹਨੂੰ ਪਤਾ ਲੱਗੇਗਾ ਇਹਦੇ ਨਾਲ ਧੋਖਾ, ਪਰਮਾਤਮਾ ਨਾਲ ਧੋਖਾ। ਤੇ ਜਿਸ ਦਿਨ ਬੰਦੇ ਨੂੰ ਇਹ ਚੀਜ਼ ਸਮਝ ਲੱਗ ਗਈ ਤੇ ਫਿਰ ਇਹ ਰਿਸ਼ਵਤਖੋਰੀ ਇਹ ਖਤਮ ਹੋ ਜਾਵੇਗੀ, ਬੇਈਮਾਨੀ ਖਤਮ ਹੋ ਜਾਵੇਗੀ। ਇਹਨਾਂ ਦੇ ਕਰਕੇ ਹੀ ਹੈ ਨਾ ਵੀ ਜਦੋਂ ਹੁਣ ਬੇਈਮਾਨੀ ਕਿਉਂ ਕਰਦਾ ਬੰਦਾ, ਵੀ ਦੂਜੇ ਨੂੰ ਕੀ ਪਤਾ ਲੱਗਦਾ ਵੀ ਇਹਨਾਂ ਨਾਲ ਬੇਈਮਾਨੀ ਵੀ ਕਰ ਲਵਾਂਗਾ, 2-4 ਵੱਧ ਕਮਾ ਵੀ ਲਵਾਂਗਾ, ਕੋਈ ਗੱਲ ਨਹੀਂ। ਪਰ ਜਦੋਂ ਪਤਾ ਲੱਗ ਗਿਆ ਵੀ ਸਭ ਦੇ ਵਿੱਚ ਪਰਮਾਤਮਾ ਹੈ, ਪਰਮਾਤਮਾ ਦੀ ਜੋਤ ਹੈ ਤੇ ਕੇਵਲ ਪਰਮਾਤਮਾ ਵਸ ਰਿਹਾ ਹੈ, ਉਹ ਪਾਰ ਬ੍ਰਹਮ ਹੈ, ਤੇ ਹਰ ਪਾਸੇ ਜਦੋਂ ਵਾਹਿਗੁਰੂ ਨੂੰ ਵੇਖੇਗਾ ਉਹਦੇ ਅੰਦਰੋਂ ਇਹ ਚੀਜ਼ਾਂ ਐਟੋਮੈਟਿਕਲੀ ਖਤਮ ਹੋ ਜਾਣਗੀਆਂ। ਸਦਾ ਦੇ ਲਈ ਇਹ ਚੀਜ਼ ਦੀ ਖਤਮ ਹੋਵੇਗੀ। ਸਾਧ ਕੈ ਸੰਗ ਪਾਈ ਨਾਮ ਨਿਧਾਨ, ਨਾਨਕ ਸਾਧੂ ਕਹਿ ਕੁਰਬਾਨ। ਹੁਣ ਗੁਰਮੁਖਾਂ ਦੀ ਸੰਗਤ ਦੇ ਵਿੱਚੋਂ ਨਾਮ ਰੂਪੀ ਖਜ਼ਾਨੇ ਦੀ ਪ੍ਰਾਪਤੀ ਹੋਈ, ਨਾਮ ਦੀ ਦਾਤ ਮਿਲੀ ਹੈ। ਤੇ ਨਾਨਕ ਹੀ ਨਾਨਕ ਸਾਧੂ ਕਹਿ ਕੁਰਬਾਨ, ਵੀ ਇਹੋ ਜਿਹੇ ਜਿਹੜੇ ਗੁਰਮੁਖ ਜਨ ਨੇ, ਸਾਧ ਜਨ ਨੇ, ਉਹਨਾਂ ਦੇ ਉੱਤੋਂ ਬਲਿਹਾਰਨੇ ਜਾਣਾ ਚਾਹੀਦਾ, ਕੁਰਬਾਨ ਜਾਣਾ ਚਾਹੀਦਾ। ਸਾਧ ਕੇ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ।
ਹੁਣ ਇੰਨੀ ਦਾਤ ਦੀ ਪ੍ਰਾਪਤੀ ਹੁੰਦੀ ਹੈ, ਇੰਨੀ ਮਿਹਰ ਹੁੰਦੀ ਹੈ। ਗੁਰਮੁਖਾਂ ਦੀ ਸੰਗਤ ਕਰਨ ਦੇ ਨਾਲ ਸਭ ਕੁਲ ਉਧਾਰ ਹੈ, ਕੁਲ ਦਾ ਉਧਾਰ ਹੋ ਜਾਂਦਾ ਹੈ। ਤੇ ਉਹਦੇ ਨਾਲ ਵੇਖੋ, ਸਾਧ ਸੰਗ, ਗੁਰਮੁਖਾਂ ਦੀ ਸੰਗਤ ਵਿੱਚ ਸਾਜਨ ਮੀਤ ਕੁਟੰਬ ਨਿਸਤਾਰੈ, ਆਪਣੇ ਸੱਜਣ, ਆਪਣੇ ਮਿੱਤਰ, ਪਰਿਵਾਰ ਨੂੰ ਉਹ ਪਾਰ ਉਤਾਰਾ ਕਰ ਲੈਂਦਾ ਹੈ। ਉਹ ਵੀ ਪਾਰ ਉਤਾਰਾ ਉਹਨਾਂ ਦਾ ਵੀ ਹੋ ਜਾਂਦਾ ਹੈ। ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਵਰਸਾਵੈ। ਹੁਣ ਗੁਰਮੁਖਾਂ ਦੀ ਸੰਗਤ ਦੇ ਵਿੱਚੋਂ ਉਸ ਧਨ ਦੀ ਪ੍ਰਾਪਤੀ ਹੁੰਦੀ ਹੈ ਵੀ ਜਿਸ ਦਾ ਲਾਭ ਹਰੇਕ ਕੋਈ ਉਠਾਉਣਾ ਚਾਹੁੰਦਾ ਹੈ, ਵੀ ਜਿਹਦੇ ਨਾਲ ਜੀਵਨ ਸਫਲਾ ਹੋ ਸਕੇ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਹੇ ਪ੍ਰਾਣੀ ਤੂੰ ਲਾਹਾ ਲੈਣ ਦੇ ਲਈ ਆਇਆ। ਲੱਗਾ ਕਿਤ ਕੁ ਫਕੜੇ, ਸਭ ਮੁਕਦੀ ਚੱਲੀ ਰਹਿਣ। ਕਿਹੜੇ ਕੰਮਾਂ ਦੇ ਵਿੱਚ ਪਿਆ ਹੋਇਆ, ਕਿਹੜੇ ਕਾਰਜ ਕਰਦਾ ਪਿਆ, ਤੇਰੇ ਤੇ ਜ਼ਿੰਦਗੀ ਰੂਪੀ ਜਿਹੜੀ ਰਾਤ ਹੈ ਇਹ ਬੀਤਦੀ ਪਈ ਹੈ। ਤੇ ਇਸ ਚੀਜ਼ ਨੂੰ ਹੀ ਵੇਖ ਕੇ ਇਹ ਹਲੂਣਾ ਦਿੱਤਾ ਸੀ ਨਾ ਸਤਿਗੁਰਾਂ ਨੇ ਬਾਣੀ ਦੇ ਵਿੱਚ। ਜਦੋਂ ਅਸੀਂ ਸੋਲਾ ਸਾਹਿਬ ਦੀ ਬਾਣੀ ਸਾਹਿਬ ਪੜ੍ਹਦੇ ਹਾਂ, ਪੰਜਵੇਂ ਪਾਤਸ਼ਾਹ ਜੀ ਦਾ ਅੰਤਲਾ ਜਿਹੜਾ ਸ਼ਬਦ ਹੈ ਉਹਨੂੰ ਪੜ੍ਹ ਕੇ ਵੇਖੋ। ਉਹਦੇ ਵਿੱਚ ਇਹ ਗੱਲ ਸਮਝਾਉਣਾ ਕੀਤੀ ਹੈ, ਇਸ ਰਾਤ ਨੂੰ ਵੇਖ ਕੇ, ਜ਼ਿੰਦਗੀ ਨੂੰ ਵੇਖ ਕੇ ਇਹ ਬਿਆਨ ਕੀਤਾ ਸੀ, ਹੇ ਭਾਈ, ਹੇ ਮਿੱਤਰ, ਤੂੰ ਇੱਕ ਗੱਲ ਸੁਣ, ਇਹ ਤੇਰਾ ਲਾਹਾ ਖੱਟਣ ਦਾ ਵੇਲਾ ਹੈ, ਇਹ ਤੈਨੂੰ ਸਮਾਂ ਮਿਲਿਆ ਹੈ। ਇਹ ਨਹੀਂ ਪਤਾ ਵੀ ਰਾਤ ਤੂੰ ਸੁੱਤਾ ਸਵੇਰੇ ਉੱਠਣਾ ਕਿ ਨਹੀਂ, ਰਾਤ ਹੋਈ ਹੈ ਸਵੇਰੇ ਦੁਬਾਰਾ ਤੋਂ ਤੂੰ ਉੱਠੇਂਗਾ ਕਿ ਨਹੀਂ। ਇਹਦੇ ਤੋਂ ਪਹਿਲਾਂ ਤੂੰ ਆਪਣਾ ਇਸ ਵੇਲੇ ਨੂੰ ਸੰਭਾਲ ਲੈ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਹਾਂ ਖਾਟ ਚਲੋ ਹਰ ਲਾਹਾ, ਆਗਿਆ ਬਸਨ ਸਹੇਲਾ। ਔਦ ਘਟੈ ਦਿਨ ਸਰੈ ਨਾਰੀ। ਉਹੀ ਗੱਲ ਆ ਗਈ ਨਾ, ਇੱਥੇ ਵੀ ਰਾਤ ਦੀ ਗੱਲ ਆਈ ਵੀ ਤੇਰੀ ਜ਼ਿੰਦਗੀ ਰੂਪੀ ਰਾਤ ਲੰਘਦੀ ਜਾ ਰਹੀ ਹੈ। ਮਨ ਗੁਰਮਿਲ ਕਾਜ ਸਵਾਰੇ, ਹੇ ਮਨਾ ਗੁਰੂ ਦੇ ਨਾਲ ਮਿਲ ਕੇ, ਗੁਰੂ ਦੇ ਕੋਲੋਂ ਦਾਤ ਲੈ ਕੇ, ਸਮਝ ਲੈ ਕੇ ਆਪਣੇ ਜਿਹੜੇ ਕਾਰਜ ਨੇ ਇਹਨਾਂ ਨੂੰ ਸਵਾਰ ਲੈ, ਇਹਨਾਂ ਨੂੰ ਪੂਰੇ ਕਰ ਲੈ। ਇਸੇ ਪ੍ਰਕਾਰ ਉਸ ਧਨ ਦੀ ਪ੍ਰਾਪਤੀ ਹੁੰਦੀ ਹੈ, ਉਹ ਨਾਮ ਦੀ ਦਾਤ ਮਿਲਦੀ ਹੈ। ਜਿਸ ਧਨ ਦਾ ਹਰੇਕ ਕੋਈ ਲਾਹਾ ਲੈਣਾ ਚਾਹੁੰਦਾ ਹੈ, ਜਿਸ ਨੂੰ ਹਰੇਕ ਕੋਈ ਪ੍ਰਾਪਤ ਕਰਨਾ ਚਾਹੁੰਦਾ ਹੈ, ਜਿਹਦੇ ਪਿੱਛੇ ਹਰੇਕ ਕੋਈ ਭੱਜ ਦੌੜ ਕਰਦਾ ਪਿਆ। ਸਾਧ ਸੰਗ ਧਰਮ ਰਾਈ ਕਰੇ ਸੇਵਾ, ਸਾਧ ਕੈ ਸੰਗ ਸ਼ੋਭਾ ਸੁਰ ਦੇਵਾ। ਜਦੋਂ ਇਹੋ ਜਿਹੇ ਧਨ ਦੀ ਪ੍ਰਾਪਤੀ ਹੋਈ, ਫਿਰ ਧਰਮ ਰਾਏ ਵੀ ਤੇਰੀ ਸੇਵਾ ਕਰੇਗਾ, ਧਰਮ ਰਾਜ ਵੀ ਤੇਰੀ ਸੇਵਾ ਕਰੇਗਾ, ਉਹ ਵੀ ਤੇਰੀ ਸੇਵਾ ਦੇ ਵਿੱਚ ਹਾਜ਼ਰ ਹੋਵੇਗਾ। ਸਾਧ ਕੈ ਸੰਗ ਸ਼ੋਭਾ ਸੁਰਦੇਵਾ, ਸੁਰਦੇਵਾ ਦਾ ਅਰਥ ਦੇਵਤੇ, ਜਿਹਦੇ ਜਿਸ ਨਾਮ ਦੀ ਵਡਿਆਈ ਦੇਵਤੇ ਵੀ ਕਰ ਰਹੇ ਨੇ, ਉਹ ਵੀ ਸ਼ੋਭਾ ਬਿਆਨ ਕਰਨਗੇ, ਗਾਉਣਗੇ। ਸਾਧ ਕੈ ਸੰਗ ਪਾਪ ਪਲਾਇਨ, ਸਾਧੂ ਕੈ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਗੁਰਮੁਖਾਂ ਦੀ ਸੰਗਤ ਦੇ ਵਿੱਚੋਂ ਪਾਪ ਪਲਾਇਨ ਦਾ ਅਰਥ ਹੈ ਦੂਰ ਹੁੰਦੇ ਨੇ, ਪਾਪਾਂ ਤੋਂ ਛੁਟਕਾਰਾ ਮਿਲਦਾ ਹੈ। ਤੇ ਗੁਰਮੁਖਾਂ ਦੀ ਸੰਗਤ ਦੇ ਵਿੱਚ ਮਨੁੱਖ ਆਤਮਿਕ ਜੀਵਨ ਦੇਣ ਵਾਲਾ ਨਾਮ ਰੂਪੀ ਜਿਹੜੇ ਗੁਣ ਨੇ ਇਹਨਾਂ ਨੂੰ ਗਾਉਂਦਾ ਹੈ, ਉਹਦੀ ਸਿਫਤਸਲਾ ਕਰਦਾ ਹੈ। ਸਾਧਕ ਸੰਗ ਸਰਬ ਥਾਨ ਗਮ, ਨਾਨਕ ਸਾਧਕੈ ਸੰਗ ਸਫਲ ਜਨਮ। ਹੁਣ ਗਮ ਦਾ ਅਰਥ ਹੁੰਦਾ ਪਹੁੰਚ ਹੁੰਦੀ ਹੈ, ਥਾਨ ਉਹ ਥਾਂ। ਗੁਰਮੁਖਾਂ ਦੀ ਸੰਗਤ ਦੇ ਨਾਲ ਇਹੋ ਜਿਹੇ ਥਾਂ ਦੀ ਪ੍ਰਾਪਤੀ ਹੁੰਦੀ ਹੈ, ਜਿਸ ਜਗ੍ਹਾ ਦੇ ਉੱਤੇ ਪਹੁੰਚਣ ਨਾਲ ਹੀ ਨਾਨਕ ਸਾਧਕੈ ਸੰਗ ਸਫਲ ਜਨਮ, ਗੁਰਮੁਖਾਂ ਦੀ ਸੰਗਤ ਕਰਨ ਦੇ ਨਾਲ ਤੇਰਾ ਜਿਹੜਾ ਜਨਮ ਹੈ ਇਹ ਸਫਲਾ ਹੋ ਜਾਵੇਗਾ। ਇੱਥੇ ਜਨਮ ਨਹੀਂ ਜਨਮ, ਟਿੱਪੀ ਲੱਗੀ ਹੋਈ ਹੈ ਪਹਿਲਾਂ।
ਇਹਦਾ ਉਚਾਰਨ ਜਨਾਮੀ ਹੀ ਹੋਵੇਗਾ। ਇਥੋਂ ਤੱਕ ਹੁਣ